ਚਾਹੇ ਇਹ ਅੰਮ੍ਰਿਤ ਕੌਮ ਨੇ ਪੀਤਾ ਹੋਵੇ, ਚਾਹੇ ਪਰਿਵਾਰ ਨੇ ਪੀਤਾ ਹੋਵੇ, ਚਾਹੇ ਸਰੀਰ ਨੇ ਪੀਤਾ ਹੋਵੇ, ਉਹ ਕੌਮਾਂ ਨਹੀਂ ਮਿਟੀਆਂ, ਉਹ ਪਰਿਵਾਰ ਨਹੀਂ ਮਿਟੇ, ਉਹ ਬੰਦਿਆਂ ਨੂੰ ਇਸ ਧਰਤੀ 'ਚੋਂ ਕੋਈ ਮਿਟਾ ਨਹੀਂ ਸਕਿਆ ਜਿਹਨੇ ਗੁਰੂ ਦੇ ਭਾਣੇ ਵਿੱਚ ਇਸ ਅੰਮ੍ਰਿਤਮਈ ਦਾਤ ਨੂੰ ਪੀਣ ਦਾ ਯਤਨ ਕਰ ਲਿਆ, ਜਿਨ੍ਹਾਂ ਨੇ ਇਸ ਦਾਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਇੱਕ ਵਰਕਾ ਇਤਿਹਾਸ ਦਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਨ ਲੱਗਾ ਹਾਂ। ਪਰਸੋਂ ਦਿਨ ਆ ਰਿਹਾ ਹੈ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਜਿਹਨੂੰ ਪੀ ਕੇ ਬੰਦੇ ਦੀ ਮ੍ਰਿਤੂ ਨਹੀਂ ਹੁੰਦੀ। ਬਸ ਜਿੰਨਾ ਚਿਰ ਕੌਮਾਂ ਰਜਾ 'ਚ ਤੇ ਭਾਣੇ 'ਚ ਰਹੀਆਂ ਉਹ ਕੌਮਾਂ ਵੀ ਨਹੀਂ ਮਿਟੀਆਂ, ਉਹ ਪਰਿਵਾਰ ਵੀ ਨਹੀਂ ਮਿਟੇ, ਤੇ ਉਹ ਜੀਵਨ ਵੀ ਖਤਮ ਨਹੀਂ ਹੋਏ। ਉਹ ਜੀਵਨ ਵੀ ਪ੍ਰੇਰਨਾ ਸਰੋਤ ਹੋ ਗਏ, ਉਹ ਪਰਿਵਾਰ ਵੀ ਪ੍ਰੇਰਨਾ ਸਰੋਤ ਹੋ ਗਏ ਸੰਸਾਰ ਲਈ। ਉਹਨਾਂ ਕੌਮਾਂ ਨੇ ਵੀ ਸੰਸਾਰ ਤੇ ਇੱਕ ਵਿਲੱਖਣ ਇਤਿਹਾਸ ਸਿਰਜਿਆ ਜਿਨ੍ਹਾਂ ਨੇ ਗੁਰੂ ਦੇ ਭਾਣੇ ਤੇ ਗੁਰੂ ਦੀ ਰਜਾ ਵਿੱਚ ਰਹਿ ਕੇ ਜ਼ਿੰਦਗੀ ਜੀਵੀ। ਮੇਰੀ ਮੁਰਾਦ ਹੈ ਛੋਟਾ ਘੱਲੂਘਾਰਾ। 17 ਮਈ 1746 ਈਸਵੀ ਨੂੰ ਇਹ ਇਤਿਹਾਸ ਦੀ ਬਹੁਤ ਵੱਡੀ ਘਟਨਾ ਵਾਪਰੀ। ਇਹਨੂੰ ਛੋਟਾ ਘੱਲੂਘਾਰਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ 5 ਫਰਵਰੀ 1762 ਈਸਵੀ ਨੂੰ ਕੁੱਪ ਤੇ ਰਹੀੜੇ ਦੇ ਬਿਲਕੁਲ ਵਿਚਕਾਰ ਵੱਡਾ ਘੱਲੂਘਾਰਾ ਵਾਪਰਿਆ, ਜਿਹਦੇ 'ਚ 30 ਤੋਂ ਲੈ ਕੇ 35,000 ਤੱਕ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹ ਘੱਲੂਘਾਰਾ ਇਦੋਂ ਵੀ ਵੱਡਾ ਸੀ। ਘੱਲੂਘਾਰੇ ਦਾ ਅਰਥ ਹੁੰਦਾ ਹੈ ਬਹੁਤ ਵੱਡੀ ਗਿਣਤੀ ਵਿੱਚ ਇੱਕੋ ਜਗ੍ਹਾ ਕਿਸੇ ਕੌਮ ਦਾ ਕਤਲੇਆਮ ਕਰ ਦੇਣਾ, ਉਹਦਾ ਸਰਬਨਾਸ਼ ਕਰ ਦੇਣਾ, ਉਹਨੂੰ ਖਤਮ ਕਰ ਦੇਣਾ। ਇਹਨਾਂ ਘੱਲੂਘਾਰਿਆਂ ਚੋਂ ਮੇਰੀ ਕੌਮ ਨਿਕਲੀ ਹੈ। ਇੱਕ ਘੱਲੂਘਾਰਾ ਵਾਪਰਿਆ ਜੂਨ ਦਾ ਮਹੀਨਾ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਤੇ ਚੌਥਾ ਘੱਲੂਘਾਰਾ ਜਿਹੜਾ ਜੂਨ 84 ਦੇ ਅੰਦਰ ਸਾਡਿਆਂ ਬਜ਼ੁਰਗਾਂ ਨੇ ਹੰਢਾਇਆ ਵੀ ਹੈ ਤੇ ਸਾਡਿਆਂ ਪਰਿਵਾਰਾਂ ਨੇ ਇਸ ਘੱਲੂਘਾਰੇ ਨੂੰ ਨੇੜਿਓਂ ਹੋ ਕੇ ਮਹਿਸੂਸ ਵੀ ਕੀਤਾ ਹੈ। ਅਜੇ ਕੱਲ੍ਹ ਦੀਆਂ ਗੱਲਾਂ, ਇਸ ਘੱਲੂਘਾਰੇ ਦਾ ਸੇਕ ਅੱਜ ਤੱਕ ਸਾਡੇ ਘਰਾਂ ਤੱਕ ਹੈ, ਪਰਿਵਾਰਾਂ ਤੱਕ ਹੈ। 25,000 ਬੇਗੁਨਾਹ ਪੁੱਤ ਜਿਹੜਾ ਉਹ ਚੁੱਕ ਕੇ ਘਰਾਂ ਚੋਂ ਖਤਮ ਕਰ ਦਿੱਤਾ ਗਿਆ, ਜਿਨ੍ਹਾਂ ਬਾਰੇ ਅੰਤਲੇ ਸਵਾਸਾਂ ਤੱਕ ਦੁਨੀਆ ਨੂੰ ਜਗਾਉਂਦਾ ਰਿਹਾ ਜਸਵੰਤ ਸਿੰਘ ਖਾਲੜਾ ਔਰ ਦੱਸਦਾ ਰਿਹਾ ਇਹ ਮਾਵਾਂ ਦੇ ਬੇਗੁਨਾਹ ਪੁੱਤ ਜ਼ਾਲਮ ਸਰਕਾਰਾਂ ਨੇ ਕਿੱਥੇ ਸੁੱਟੇ ਆ। 25,000 ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਲੱਭਦਾ ਜਸਵੰਤ ਸਿੰਘ ਖਾਲੜਾ ਖੁਦ ਇੱਕ ਲਾਸ਼ ਬਣਾ ਕੇ ਦਰਿਆ ਵਿੱਚ ਰੋੜ ਦਿੱਤਾ ਗਿਆ। ਇਸ ਦਿਨ ਨੂੰ ਵੀ ਘੱਲੂਘਾਰੇ ਦੇ ਨਾਂ ਨਾਲ ਹੀ ਯਾਦ ਕੀਤਾ ਜਾਂਦਾ ਹੈ। ਇਹ ਵਾਪਰਿਆ ਸੀ ਅਹਿਮਨਾਬਾਦ ਦੀ ਧਰਤੀ ਤੇ, ਜਿਹੜਾ ਆਪਾਂ ਦਿਨ ਸਾਂਝਾ ਕਰ ਰਹੇ ਹਾਂ, ਛੋਟਾ ਘੱਲੂਘਾਰਾ। ਲਾਹੌਰ ਤੋਂ ਪਰਲੇ ਪਾਸੇ ਦਾ ਇਲਾਕਾ ਹੈ। ਗੁਰਦੁਆਰਾ ਰੋੜੀ ਸਾਹਿਬ ਹੈ। ਵਿਸਾਖੀ ਦਾ ਦਿਨ ਹੈ। ਬਹੁਤ ਵੱਡੀ ਗਿਣਤੀ ਵਿੱਚ ਸਿੱਖ ਉੱਥੇ ਇਕੱਤਰ ਹੋ ਰਹੇ ਆ। ਗੁਰੂ ਮਿਹਰ ਕਰੇ ਮੇਰਾ ਵਿਸ਼ਾ ਨਹੀਂ, ਮੇਰੇ ਪੁਰਾਣਿਆਂ ਬਜ਼ੁਰਗਾਂ ਦੇ ਬਹੁਤ ਵੱਡੇ ਇਕੱਠ ਕਰਨ 'ਚ ਬਹੁਤ ਵੱਡੇ ਮਕਸਦ ਹੁੰਦੇ ਸੀ, ਮਨੋਰਥ ਹੁੰਦੇ ਸੀ। ਉਹ ਕੌਮ ਲਈ ਨਵੇਂ ਰਸਤੇ ਕੱਢਦੇ ਸੀ। ਭਵਿੱਖ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਸੀ, ਸਿਰ ਜੋੜ ਕੇ ਇਸ ਗੱਲ ਤੇ ਚਿੰਤਨ ਕਰਦੇ ਸੀ। ਵਿਸਾਖੀ ਵਾਲੇ ਦਿਨ 1746 ਈਸਵੀ ਨੂੰ ਗੁਰਦੁਆਰਾ ਰੋੜੀ ਸਾਹਿਬ ਬਹੁਤ ਵੱਡਾ ਇਕੱਠ ਹੋਇਆ। ਇਹ ਇਕੱਠ ਜ਼ਾਲਮ ਲੋਕਾਂ ਨੂੰ ਰਾਸ ਨਾ ਆਇਆ। ਉਹਦੇ ਵਿੱਚ ਸੀ ਇਸ ਇਕੱਠ ਤੋਂ ਤੜਫ ਕੇ ਹਰ ਵੇਲੇ ਅੰਦਰ ਵਿਸ ਘੋਲਣ ਵਾਲਾ ਜ਼ਕਰੀਆ ਖਾਂ ਦਾ ਪੁੱਤਰ ਯਹੀਆ ਖਾਂ। ਤੇ ਜ਼ਕਰੀਆ ਖਾਂ ਉਹ ਇਨਸਾਨ ਹੈ ਜਿਹਨੇ ਅਨੇਕਾਂ ਬੇਗੁਨਾਹਾਂ ਸਿੱਖਾਂ ਨੂੰ ਖਤਮ ਕੀਤਾ, ਪਿੰਡਾਂ ਦੇ ਪਿੰਡ ਖਤਮ ਕੀਤੇ, ਜਿਨ੍ਹਾਂ ਨੇ ਦਾਦਿਆਂ ਪੜਦਾਦਿਆਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਤਾ। ਜਿਹੜਾ ਲਾਹੌਰ ਦਾ ਗਵਰਨਰ ਰਿਹਾ, ਜਿਹਦੇ ਰਾਜ ਦੇ ਤਹਿਤ ਭਾਈ ਤਾਰੂ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਭਾਈ ਸ਼ਵੇਗ ਸਿੰਘ ਤੇ ਸ਼ਹਬਾਜ਼ ਸਿੰਘ ਵਰਗੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਅੱਤ ਦਰਜੇ ਦੀ ਜ਼ਾਲਮਾਨਾ ਬਿਰਤੀ ਰੱਖਣ ਵਾਲਾ, ਅੱਤ ਦਰਜੇ ਦਾ ਵਿਸ਼ਈ ਇਨਸਾਨ, ਸਿੱਖਾਂ ਨੂੰ, ਪੰਥ ਨੂੰ, ਕੌਮ ਨੂੰ, ਸੱਚੇ ਤੇ ਦਿਆਲੂ ਲੋਕਾਂ ਨੂੰ ਨਫ਼ਰਤ ਕਰਨ ਵਾਲਾ ਉਹ ਇਨਸਾਨ, ਉਹਦੇ ਘਰ ਵਿੱਚ ਹੀ ਐਡਾ ਕਠੋਰ ਜਿਹੜਾ ਪੁੱਤਰ ਪੈਦਾ ਹੋਇਆ, ਜਿਹੜਾ ਯਹੀਆ ਖਾਂ, ਜਿਹੜਾ ਲਾਹੌਰ ਦਾ ਗਵਰਨਰ ਬਣਿਆ। ਇਹਦੀ ਅਗਵਾਈ ਵਿੱਚ ਦੀਵਾਨ ਲਖਪਤ ਰਾਏ
ਜਿਹੜਾ ਬਹੁਤ ਵੱਡੀ ਪਦਵੀ ਤੇ ਇਹਨੇ ਬਿਠਾਇਆ ਹੋਇਆ ਸੀ, ਉਹ ਵੀ ਸਿੱਖਾਂ ਨੂੰ ਬਹੁਤ ਨਫ਼ਰਤ ਕਰਦਾ ਸੀ। ਤੇ ਤੀਜਾ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ, ਜਿਹੜਾ ਅਹਿਮਨਾਬਾਦ ਵਿੱਚ ਉਸ ਵੇਲੇ ਬਹੁਤ ਵੱਡੇ ਅਹੁਦੇ ਤੇ ਬੈਠਾ ਹੋਇਆ ਸੀ, ਉਹਦੇ ਜਦੋਂ ਕੰਨੀ ਖਬਰ ਪਈ ਤੇ ਉਹ ਵੀ ਆਪਣੇ ਆਪ ਚੋਂ ਬਾਹਰ ਹੋ ਗਿਆ ਵੀ ਕਿਵੇਂ ਨਾ ਕਿਵੇਂ ਇਸ ਇਕੱਠ ਨੂੰ ਖਤਮ ਕੀਤਾ ਜਾਏ। ਇੱਥੇ ਸਿੱਖਾਂ ਨੂੰ, ਜਿੰਨੇ ਸਿੱਖ ਇਕੱਠੇ ਹੋਏ ਆ ਅੱਜ, ਇੰਨੇ ਇਕੱਠ ਵਿੱਚ ਕੋਈ ਸਿੱਖ ਜਿਉਂਦਾ ਨਾ ਜਾਵੇ, ਖੁਰਾ ਖੋਜ ਮਿਟਾ ਦਿੱਤਾ ਜਾਏ। ਇਹ ਬਿਰਤੀ ਨੂੰ ਲੈ ਕੇ ਕੁਝ ਘੋੜ ਸਵਾਰ ਨਾਲ ਲੈ ਕੇ, ਸਿਪਾਹੀ ਨਾਲ ਲੈ ਕੇ ਜਸਪਤ ਰਾਏ ਗੁਰਦੁਆਰਾ ਰੋੜੀ ਸਾਹਿਬ ਪਹੁੰਚਦਾ ਤੇ ਸਿੱਖਾਂ ਨੇ ਪਹਿਲਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡਾ ਧਾਰਮਿਕ ਬਹੁਤ ਵੱਡਾ ਇਕੱਠ ਆ, ਅਸੀਂ ਥੱਕੇ ਟੁੱਟੇ ਬੜੀ ਭਾਵਨਾ ਨਾਲ ਗੁਰੂ ਦੇ ਦਰ ਤੇ ਆਏ ਆ, ਦੀਵਾਨ ਸਜਣਾ ਪ੍ਰਸ਼ਾਦਾ ਛਕਣਾ, ਅਸੀਂ ਆਪੋ ਆਪਣੇ ਨਗਰਾਂ ਨੂੰ ਚਾਲੇ ਪਾ ਦੇਣਾ, ਤੁਸੀਂ ਇਹ ਸਿਪਾਹੀ ਵਾਪਸ ਲੈ ਜਾਓ ਤੇ ਸਾਡੇ ਇਸ ਧਾਰਮਿਕ ਕਾਰਜ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕੀਤੀ ਜਾਏ। ਹੁਣ ਬੰਦੇ ਕੋਲੇ ਤਾਕਤ ਹੋਵੇ, ਅਹੁਦਾ ਹੋਵੇ ਤੇ ਧਰਮ ਤੇ ਸੱਚ ਦੀ ਉਹਨੂੰ ਸਮਝ ਨਾ ਹੋਵੇ ਤੇ ਹੰਕਾਰ ਸਿਰ ਚੜ ਕੇ ਬੋਲਦਾ ਹੋਵੇ, ਕੌਣ ਸੁਣਦਾ? ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਸਿਆਣੀਆਂ ਤੇ ਸੱਚੀਆਂ ਰੂਹਾਂ ਨੇ ਉਹਨੂੰ ਬੜੇ ਨੇਕ ਹਿਰਦੇ ਵਿੱਚੋਂ ਨਿਕਲੇ ਸ਼ਬਦਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੰਨਾਂ ਤੋਂ ਬੋਲਾ ਤੇ ਅੱਖਾਂ ਤੋਂ ਅੰਨਾ ਜਸਪਤ ਰਾਏ ਉਹਨਾਂ ਬੋਲਾਂ ਨੂੰ ਸਮਝ ਨਾ ਸਕਿਆ। ਉਹਨੇ ਸਿੱਖਾਂ ਤੇ ਹਮਲਾ ਕਰਤਾ। ਬੇਗੁਨਾਹ ਬੱਚੇ, ਬਜ਼ੁਰਗ, ਬੀਬੀਆਂ ਬੜੇ ਉੱਚੇ ਅਕੀਦੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੀਆਂ ਸੰਗਤਾਂ ਨੂੰ ਜਦੋਂ ਖਤਮ ਕਰਨ ਲੱਗਾ ਤੇ ਗੁਰੂ ਦੇ ਉੱਚੇ ਸਿਧਾਂਤਾਂ ਪ੍ਰਤੀ ਮਾੜੀ ਸ਼ਬਦਾਵਲੀ ਬੋਲਣ ਲੱਗਾ ਤੇ ਸਰਦਾਰ ਨਿਬਾਹੂ ਸਿੰਘ ਤੋਂ ਇਹ ਗੱਲ ਜਰੀ ਨਹੀਂ ਗਈ। ਹਾਥੀ ਦੀ ਪੂਛ ਫੜ ਕੇ ਪਿੱਛੋਂ ਦੀ ਚੜਿਆ, ਜਸਪਤ ਰਾਏ ਦਾ ਸਿਰ ਧੜ ਨਾਲੋਂ ਅਲੱਗ ਕਰਤਾ। ਇਹ ਖਬਰ ਪਹੁੰਚੀ ਲਾਹੌਰ ਦਰਬਾਰ ਅੰਦਰ, ਭਰਾ ਲਖਪਤ ਰਾਏ ਨੂੰ ਸੱਤੀ ਕੱਪਣੀ ਅੱਗ ਲੱਗ ਗਈ। ਉਹ ਭੱਜ ਕੇ ਲਾਹੌਰ ਦੇ ਗਵਰਨਰ ਯਹੀਆ ਖਾਂ ਕੋਲੇ ਜਾ ਕੇ ਕਹਿੰਦਾ ਹੈ, ਇੱਕ ਖੱਤਰੀ ਦੇ ਘਰ ਵਿੱਚੋਂ ਇਹ ਧਰਮ ਸ਼ੁਰੂ ਹੋਇਆ ਸੀ, ਮੈਂ ਵੀ ਖੱਤਰੀਆਂ ਦਾ ਪੁੱਤ ਹਾਂ, ਵੇਂਦਿਆਂ ਵੇਂਦਿਆਂ ਯਹੀਆ ਖਾਨ ਜੀ ਮੈਂ ਇਹ ਲੋਕ, ਇਹ ਸਿੱਖੀ ਖਤਮ ਕਰ ਦਿਆਂਗਾ ਤੇ ਮੈਂ ਤੁਹਾਡਿਆਂ ਪੈਰਾਂ 'ਚ ਪੱਗ ਰੱਖ ਕੇ ਕਸਮ ਖਾਨਾ ਵੀ ਜਿੰਨਾ ਚਿਰ ਸਿੱਖ ਖਤਮ ਨਹੀਂ ਆਉਂਦੇ ਮੈਂ ਤੁਹਾਡੇ ਮੱਥੇ ਨਹੀਂ ਲੱਗਾਂਗਾ। ਬਹੁਤ ਸਾਰੀ ਫੌਜ ਇਕੱਤਰ ਕੀਤੀ ਉਹਨੇ, ਬਹੁਤ ਸਾਰੇ ਜਹਾਦ ਦੇ ਨਾਂ ਤੇ ਬੰਦੇ ਇਕੱਠੇ ਕੀਤੇ, 40,000 ਮਲਖਈਆ ਤਿਆਰ ਕਰਕੇ ਨਾਲ ਲੈ ਕੇ ਉਹਨੇ ਯਹੀਆ ਖਾਨ ਨੂੰ ਸਿੱਖਾਂ ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਮੇਰੀ ਕੌਮ ਦੇ ਸਿਆਣੇ ਸੁਲਝੇ ਲੀਡਰ, ਅਗਵਾਈ ਕਰਨ ਵਾਲੇ, ਘੋੜੇ ਦੀਆਂ ਲਿੱਦਾਂ ਚੱਕਦੀਆਂ ਰੰਗੀਆਂ ਹੋਈਆਂ ਰੂਹਾਂ ਜਿਹੜੀਆਂ ਅੰਦਰੋਂ ਗੁਰੂ ਨਾਲ ਜੁੜੀਆਂ ਹੋਈਆਂ, ਨਵਾਬ ਕਪੂਰ ਸਿੰਘ ਵਰਗੇ, ਜੱਸਾ ਸਿੰਘ ਆਹਲੂਵਾਲੀਆ ਤੇ ਮੇਰੀ ਕੌਮ ਦੇ ਬੜੇ ਸੁਲਝੇ ਜਿਹੜੇ ਸਿਆਣੇ ਬੰਦੇ ਉਸ ਵੇਲੇ ਅਗਵਾਈ ਕਰ ਰਹੇ ਮੇਰੀ ਕੌਮ ਦੀ, ਉਹਨਾਂ ਨੇ ਵੀ ਆਸੇ-ਪਾਸੇ ਸੱਦੇ ਭੇਜਤੇ ਵੀ ਹਾਲਾਤ ਇਹ ਬਣ ਗਏ ਆ। ਆਏ ਆਪਾਂ ਗੁਰਧਾਮਾਂ ਦੇ ਦੀਦਾਰ ਕਰਨ ਸੀ, ਪਰ ਜ਼ਾਲਮ ਲੋਕਾਂ ਕਰਕੇ ਇਹ ਹੁਣ ਸਮਾਂ ਹੌਲੀ ਹੌਲੀ ਜੰਗ ਵਿੱਚ ਤਬਦੀਲ ਹੁੰਦਾ ਜਾ ਰਿਹਾ। ਜਿਵੇਂ ਜਿਵੇਂ ਆਪਣੇ ਭਰਾਵਾਂ ਦੀ ਆਵਾਜ਼ ਦੂਰ ਦੂਰ ਤੱਕ ਪਹੁੰਚਦੀ ਹੈ, ਸੈਂਕੜੇ ਜਥੇ ਜਿਹੜੇ ਉਹ ਕਾਹਨੂੰਵਾਨ ਦੀ ਛੰਭ ਵਿੱਚ ਪਹੁੰਚਣੇ ਸ਼ੁਰੂ ਹੋ ਜਾਂਦੇ ਆ। ਸਿੱਖਾਂ ਨੂੰ ਪਤਾ ਸੀ ਵੀ ਮਾੜੀ ਬਿਰਤੀ ਦੇ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਆ। ਉਹਨਾਂ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਨਾਲ ਲੈ ਕੇ ਹੌਲੀ ਹੌਲੀ ਕਾਹਨੂੰਵਾਨ ਦੀ ਛੰਭ ਮਕੇਰੀਆਂ ਦੇ ਲਾਗੇ 10 ਕਿਲੋਮੀਟਰ ਦੀ ਦੂਰੀ ਤੇ ਹੈ, ਫੌਜੀਆਂ ਦੀ ਛਾਉਣੀ ਦੇ ਬਿਲਕੁਲ ਲਾਗੇ ਗੁਰਦੁਆਰਾ ਸਾਹਿਬ ਜਿੱਥੇ ਸ਼ਹਾਦਤਾਂ ਹੋਈਆਂ, ਉੱਥੇ ਜਾ ਕੇ ਕੂਚ ਕਰਨਾ ਸ਼ੁਰੂ ਕਰ ਦਿੱਤਾ। ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਆਪਣੀ ਥਾਂ ਬਣਾ ਲਿਆ। ਬੜਾ ਗੁੱਸਾ ਚੜਿਆ ਲਖਪਤ ਰਾਏ ਨੂੰ ਵੀ ਸਾਡੇ ਪਹੁੰਚਣ ਤੋਂ ਪਹਿਲਾਂ ਸਿੱਖ ਆਪਣੇ ਆਪ ਨੂੰ ਸੰਭਾਲ ਗਏ, ਟਿਕਾਣਾ ਕਰ ਲਿਆ, ਬੱਚੇ ਤੇ ਬਜ਼ੁਰਗਾਂ ਨੂੰ ਬਚਾ ਲਿਆ। ਅਸਲ 'ਚੋਂ ਲੜਾਈ ਇਹ ਲੜਨਾ ਨਹੀਂ ਸੀ ਚਾਹੁੰਦੇ। ਉਹ ਚਾਹੁੰਦੇ ਸਨ ਜੇ ਅਸੀਂ ਅੱਜ ਇੱਥੇ ਖਤਮ ਹੋ ਗਏ, ਮਿਟ ਗਏ, ਤੇ ਇਹ ਜਿਹੜਾ ਰੂਹਾਨੀਅਤ ਖਜ਼ਾਨਾ ਹੈ ਇਹ ਕਿਤੇ ਆਉਣ ਵਾਲੀਆਂ ਨਸਲਾਂ ਤੱਕ ਪਹੁੰਚੇ ਨਾ, ਇਹ ਨਾ ਹੋਵੇ ਆਉਣ ਵਾਲੀਆਂ ਨਸਲਾਂ ਇਸ ਮਹਾਨ ਖਜ਼ਾਨੇ ਤੋਂ ਵਾਂਝੀਆਂ ਰਹਿ ਜਾਣ। ਕਈ ਵਾਰ ਕੌਮ ਲਈ ਮਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਤੇ ਕਿਤੇ ਕੌਮ ਲਈ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸੰਘਰਸ਼ ਮਰਨ ਲਈ ਨਹੀਂ ਸੀ, ਇਹ ਸੰਘਰਸ਼ ਜਿਉਂਦੇ ਰਹਿਣ ਲਈ ਸੀ। ਮੌਤ ਤੋਂ ਡਰਦੀਆਂ ਨਹੀਂ ਸਨ ਉਹ ਰੂਹਾਂ,
जिस खालसे का जिस सिख का जन्म ही मौत विचों होया, खंडे की धार चों होया, उन्होंने मौत भला की डरावे। जिन्हां दे दादियां पड़दादियां ने घोड़े दीयां काठियां ते कई साल बिताए होण, छोले ਚੱਬ के गुजारा किया होवे, जिन्हां दे बच्चियां नूं अखां सामने टोटे टोटे किया होवे, जिन्हां ने सैकड़े साल जालम लोकां दे खिलाफ संघर्ष लड़ के बड़ा लंबा समा जंगलां विच बिताया होवे, उन्हां नूं मौत की डराए भला? उन्हां नूं किहड़ी चीज़ डरा सकदी है? जिन्हां दे किरदार गुरु दे शब्द नाल घड़े होए आ, जिहड़ियां रूहां गुरबाणी दे नाम विच रंगियां होईयां, जिन्हां दे रोम रोम विच कलंगीधर दा अमृत है, जिन्हां ने जपजी नूं रूह चों अपनाया है, जिहड़े आनंद साहब दी बाणी दा पाठ नहीं करदे, उन्हां ने गुरु अमरदास महाराज दी उस आनंद बाणी नूं माणिया भी है, उन्हां नूं मौत की डरावे भला? उन्हां ने कौम लई जिउंदे रहण लई कान्हू बाण दी छंभ नूं अपना टिकाणा बनाया। बिया बाण जंगल सी, उन्हां नूं लगदा सी भी इत्थे साडे बच्चे परिवार सेफ रहणगे। 40,000 मलखईया लैके लखपत राय दा नाल पुੱਤ है, नाल यहिया खां है उहदा पुੱਤਰ है, सके मामे दे पुੱਤ नाल ने। जिहाद दे नां ते इकट्ठे होए जालम लोग सिखां नूं मिटाउण लई अज चारे पासियों घेरी बैठे है। सिखां ने गुरिल्ला युद्ध अपनाया, रात नूं झपट मारनी, लड़ना भी, सिपाही भी उन्हां दे फट्टड़ करने ते रसद भी लुट के लै जानी भी साडे बच्चियां ते परिवारां नूं राशन पुजदा रहे। कुछ दिन ते ये लड़ाई चली गई, समा आया रसद खत्म हो गई। एक कौड़ा मल नां दा गुरसिख जिहड़ा नौकरी भावें मुगल दरबार विच करदा सी, लेकिन मन करके सिखां नाल बहुत जुड़िया सी। उन्होंने पता सी ये रंगिया रूहां दा मनोरथ की है। उन्होंने पता लग्या भी हालात रसद तो बिना इवें दे होए पए आ। कई दिन गुजर गए, महीने गुजर गए, मार्च तो गल तुरी है, अज अप्रैल का महीना समाप्त हो रहा है, किवें लड़नगे इन्ना लम्मा समा? उन्हें हौली क दिने अपने नाल दे सलाहकार नाल सलाह करके आख्या, मैं कश्मीर दे विच कुछ रसद भेजांगा वपार करन दे लई, इत्थों खच्चरां भेजांगा, घोड़े भेजांगा, समान लदांगा रसद नाल, ते तुसी सिखां तक ये खबर पहुँचा दिओ भी इस रस्तेों सारी रसद जा रही है ते इस रसद नूं तुसी लुट लो। महकमा भावें सरकारी सी, नौकरी भावें सरकारी सी, पर मन करके तारां गुरु नानक दे सिद्धांत नाल जुड़ियां सी। इन्हां हालातां च भुखियां दे मूँह च बुरकी पाउणा, जान तली ते रखना सी, पर नहीं परवाह ना उन्हें अपने रुतबे दी कीती, ना उन्हें अपने जान दी कीती। खच्चरां ते घोड़े रसद नाल जदों लद के भेजदा है ते सिख उहनूं लुटदे है। ते जस्सा ਸਿੰਘ ਆਹਲੂਵਾਲੀਏ ने आखिया ये कौड़ा मल नहीं, कौम सदियां तक इस गुरसिख नूं, इस सेवक नूं मिठा मल नाल कह के जाणेगी। इहो जिहियां रूहां भला कौड़ियां किद्दां हो सकदियां? इहो जिहियां रूहां च कड़तन भला किद्दां हो सकदी है, ਜਿਹੜੀਆਂ बगैर किसी लालच के सवार तो इन्हां हालातां च खालसे नाल खड़ियां। सुख में बहुत संगी भए, दुख में संग ना कोई। इन्हां हालातां च कौन खड़दा? सतगुर दी बाणी ने शीशा दिखाया सन, पर अंदरों जिहड़े बंदे जुड़े आ वो नहीं देखते भी अज तुसीं की, वो पहलां की सी। वो नहीं देखते भी तुहाडे कोले रुतबा वड्डा है छोटा है, पैसा वध है घट है। जिन्हां दियां अंदरलियां साਂਝਾਂ होण, उन्हां नूं बाहरलियां चीज़ां कदे प्रभावित कर ही नहीं सकदियां। जिन्ना सिख मती दास अंदरों जुड़िया सी गुरु तेग बहादुर साहब नाल प्रचार के दौरान संगतां दा निघ माणदिआं, अज आरे थल्ले बैठा होया गुरु दे दीदार उन्नी भावना नाल कर रहा। जिन्नी कुरहानी सांझ भाई दया सिंह दी आनंदपुर दियां उन्हां रौनकां दे अंदर सी, अज चमकौर दी गढ़ी विच भी अपने गुरु नूं उन्नी मुहब्बत दी निगाह नाल वेख रहा। उन्हें नहीं ये तक्या भी कित्थे आनंदपुर दियां ਉਹ रौनकां ते कित्थे चमकौर दी गढ़ी, कित्थे गुरु तेग बहादुर साहब नाल मती दास जी ने प्रचार ते जाना ते लखां संगतां पिछे तुर पैना। अज 3 सिख सामने खलोते होए आ, बाकियां ने नीवियां पाईयां होईयां, पर तां भी सिखां नूं पता सी सच की है, झूठ की है, सही की है, गलत की है। उन्होंने सच दा ते सही गल दा साथ दिता। जस्सा ਸਿੰਘ ਆਹਲੂਵਾਲੀਏ ने आखिया इनू कौड़ा मल ना आखो, मिठा मल आखो। रसद आई कुछ दिन होर लंघ गए, मई का महीना आ गया, लखपत राय यहिया खां होर तप गए, गर्मी आ गई।
ਵੀ ਇੰਨਾ ਸਮਾਂ ਹੋ ਗਿਆ, ਸਾਨੂੰ ਲੁੱਟ ਵੀ ਰਹੇ, ਨੁਕਸਾਨ ਵੀ ਕਰ ਰਹੇ ਆ, ਤੇ ਅਸੀਂ ਇਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕੇ। ਕੁਝ ਤਰਖਾਨ ਲਾਹੌਰ ਇਕੱਠੇ ਕਰਕੇ ਉਹਨਾਂ ਨੇ ਵਿਉਂਤ ਬਣਾਈ, ਜੰਗਲ ਕੱਟ ਦਿੱਤਾ ਜਾਏ। ਬਹੁਤ ਸਾਰੇ ਦਰਖਤ ਕੱਟੇ ਗਏ, ਸੈਂਕੜੇ ਦਰਖਤ ਕੱਟ ਕੇ ਉਹਨਾਂ ਨੇ ਅੱਗ ਲਾਤੀ। ਹੁਣ ਅੱਗ ਦਾ ਸੇਕ ਬੱਚਿਆਂ ਤੋਂ ਕਿੱਦਾਂ ਝੱਲਿਆ ਜਾਏ, ਬਜ਼ੁਰਗਾਂ ਤੋਂ ਕਿੱਦਾਂ ਝੱਲਿਆ ਜਾਏ? ਤੁਸੀਂ ਅੰਦਾਜ਼ਾ ਲਾਓ। 40,000 ਬੰਦਾ ਤੁਹਾਡੇ ਸਾਹਮਣੇ, ਜੇ ਤੁਸੀਂ ਮੈਦਾਨੇ ਜੰਗ ਚਾਹੋਗੇ ਤੇ ਤੁਹਾਡੇ ਖੂਨ ਦਾ ਪਿਆਸਾ ਹੈ। ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ, ਇੱਕ ਪਾਸੇ ਬਿਆਸ ਦਾ ਦਰਿਆ ਹੈ, ਤੇ ਜੇ ਪਹਾੜੀਆਂ ਵੱਲ ਜਾਂਦੇ ਆ ਤੇ ਸਾਰੇ ਹਿੰਦੂ ਪਹਾੜੀ ਰਾਜੇ ਉੱਤੋਂ ਪੱਥਰ ਸੁੱਟਣ ਲਈ ਉਤਾਵਲੇ ਬੈਠੇ ਆ। ਕੋਈ ਵੀ ਸਿੱਖ ਬਚਣ ਦੀ ਕੋਸ਼ਿਸ਼ ਕਰਦਾ, ਉੱਪਰੋਂ ਰੁੜਦਾ ਪੱਥਰ ਉਹਨੂੰ ਚਿੱਥ ਕਰ ਜਾਂਦਾ, ਉੱਪਰੋਂ ਆਉਂਦੀਆਂ ਗੋਲੀਆਂ ਉਹਦੀ ਛਾਤੀ ਨੂੰ ਚੀਰ ਜਾਂਦੀਆਂ। ਚਾਰੇ ਪਾਸੇ ਖਾਲਸਾ ਘਿਰਿਆ ਹੋਇਆ। ਪਰ ਗਜ਼ਬ ਦੀ ਗੱਲ ਇਹ ਹੈ, ਨਾ ਉਹਨਾਂ ਨੇ ਬਾਣੀ ਦਾ ਪਾਠ ਛੱਡਿਆ, ਨਾ ਗੁਰੂ ਦਾ ਪੱਲਾ ਛੱਡਿਆ। ਇਹਨਾਂ ਹਾਲਾਤਾਂ ਵਿੱਚ ਵੀ ਉਹ ਗੁਰੂ ਦੇ ਭਾਣੇ ਵਿੱਚ ਜੀ ਰਹੇ ਸੀ। ਇਹਨਾਂ ਹਾਲਾਤਾਂ ਵਿੱਚ ਵੀ ਉਹਨਾਂ ਦਾ ਗੁਰੂ ਤੇ ਭਰੋਸਾ ਸੀ, ਵਿਸ਼ਵਾਸ ਸੀ। ਉਹਨਾਂ ਨੂੰ ਲੱਗਦਾ ਸੀ ਵੀ ਕੋਈ ਨਾ ਕੋਈ ਰਸਤਾ ਸਾਡੇ ਲਈ ਜ਼ਰੂਰ ਨਿਕਲੇਗਾ। ਜੰਗਲ ਦੀ ਅੱਗ ਵੱਧਦੀ ਗਈ। ਸਿੱਖਾਂ ਨੇ ਮੈਦਾਨੇ ਜੰਗ ਵਿੱਚ ਆ ਕੇ ਲੜਨ ਦਾ ਫੈਸਲਾ ਕੀਤਾ, ਤੇ ਕੁਝ ਕੁ ਸਰਦਾਰਾਂ ਸਿੱਖਾਂ ਦੀਆਂ ਡਿਊਟੀਆਂ ਲਾਈਆਂ ਵੀ ਤੁਸੀਂ ਬੱਚੇ ਤੇ ਬਜ਼ੁਰਗ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ, ਇਸ ਸਫਾ ਨੂੰ ਚੀਰਦਿਆਂ ਹੋਇਆਂ ਤੁਸੀਂ ਮੈਦਾਨੇ ਜਿਹੜੇ ਉਹ ਮਾਲਵੇ ਦੇ ਖੇਤਰ ਨੇ ਉਸ ਪਾਸੇ ਚਲੇ ਜਾਓ। ਸਾਰੀ ਵਿਉਂਤਬੰਦੀ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਗੁਰੂ ਮਿਹਰ ਕਰੇ ਕੌਮ ਦੇ ਇਹੋ ਜਿਹੇ ਲੀਡਰ ਹੋਣ, ਕੌਮਾਂ ਹਾਰ ਵੀ ਨਹੀਂ ਸਕਦੀਆਂ ਨਾ ਮਿਟ ਸਕਦੀਆਂ। ਜਿਹੜੀਆਂ ਘਰਾਂ ਦੀਆਂ ਨੀਹਾਂ ਹੀ ਮਾੜੀਆਂ ਹੋਣ, ਉਹ ਘਰ ਬਹੁਤਾ ਸਮਾਂ ਨਹੀਂ ਖਲੋਤੇ ਰਹਿ ਸਕਦੇ। ਜਦੋਂ ਮਲਾਈ ਬੇਈਮਾਨ ਹੋ ਜੇ ਤੇ ਬੇੜੀਆਂ ਕੰਡੇ ਤੇ ਨਹੀਂ ਪਹੁੰਚਦੀਆਂ। ਆਗੂ ਬੇਈਮਾਨ ਹੋ ਜੇ ਤੇ ਕੌਮਾਂ ਜਿੱਤ ਕੇ ਵੀ ਮੈਦਾਨੇ ਜੰਗ ਹਾਰ ਜਾਂਦੀਆਂ। ਇਤਿਹਾਸ ਗਵਾਹੀ ਦਿੰਦਾ ਹੈ, 4 ਜੰਗਾਂ ਅਸੀਂ ਗੋਰਿਆਂ ਨਾਲ ਲੜੀਆਂ ਤੇ 4 ਜਿੱਤੀਆਂ। ਇੱਕ ਵਿਕਾਊ ਆਗੂਆਂ ਕਰਕੇ ਅਸੀਂ ਜਿੱਤੀਆਂ ਜੰਗਾਂ ਹਾਰ ਗਏ। ਪਰ ਅੱਜ ਇੱਥੇ ਆਗੂ ਕੋਈ ਗੁਲਾਬ ਸਿੰਘ ਡੋਗਰਾ ਨਹੀਂ ਸੀ, ਲਾਲ ਸਿੰਘ ਤੇ ਤੇਜਾ ਸਿੰਘ ਨਹੀਂ ਸੀ। ਅੱਜ ਅਗਵਾਈ ਕਰਨ ਵਾਲਾ, ਆਪਣੀ ਮਾਂ ਦੀ ਗੋਦ ਵਿੱਚ ਬਹਿ ਕੇ ਬਚਪਨ ਤੋਂ ਲੈ ਕੇ ਗੁਰਬਾਣੀ ਦੇ ਕੀਰਤਨ ਤੇ ਭਰੋਸਾ ਰੱਖਣ ਵਾਲਾ ਸਰਦਾਰ ਜੱਸਾ ਸਿੰਘ ਸੀ। ਇਹ ਉਹ ਜੱਸਾ ਸਿੰਘਾ ਜੀ ਦਾ ਰੋਮ ਰੋਮ ਗੁਰੂ ਦੇ ਨਾਮ ਵਿੱਚ ਰੰਗਿਆ ਹੋਇਆ ਹੈ। ਇਹ ਉਹ ਜੱਸਾ ਸਿੰਘਾ ਜੀ ਨੇ ਬਾਣੀ ਨੂੰ ਕੇਵਲ ਪੜ੍ਹਿਆ ਨਹੀਂ, ਗੁਰਬਾਣੀ ਨੂੰ ਜੀਵਿਆ ਹੈ। ਜਿਹੜਾ ਮਨੁੱਖਤਾ ਦੇ ਭਲੇ ਦੀ ਅਰਦਾਸ ਨਹੀਂ ਕਰਦਾ, ਇਸ ਸਰਬੱਤ ਦੇ ਭਲੇ ਲਈ ਜਿਹਦੇ ਪਿਓ ਦਾਦੇ ਆਪਣਾ ਆਪ ਦਾਅ ਤੇ ਲਾਉਂਦੇ ਆਏ ਹੈ, ਉਹਨਾਂ ਬਜ਼ੁਰਗਾਂ 'ਚੋਂ ਉਸ ਅੰਸ ਬੰਸ ਵਿੱਚੋਂ ਸਰਦਾਰ ਜੱਸਾ ਸਿੰਘ ਦਾ ਜਨਮ ਹੋਇਆ। ਬੜਾ ਯੋਧਾ ਹੈ, ਉੱਚੀ ਸੁਰਤੀ ਦਾ ਮਾਲਕ ਹੈ। ਨਾਲ ਨਵਾਬ ਕਪੂਰ ਸਿੰਘ ਹੈ। ਇੰਨੇ ਵਿਖੜੇ ਸਮੇਂ ਦੇ ਅੰਦਰ ਉਹਨਾਂ ਨੇ ਕੌਮ ਦੀ ਬੜੀ ਚੜ੍ਹਦੀ ਕਲਾ ਨਾਲ ਅਗਵਾਈ ਕੀਤੀ। ਉਹਨਾਂ ਆਖਿਆ ਹੱਲ ਕੋਈ ਨਹੀਂ, ਬੱਚਿਆਂ ਤੇ ਬਜ਼ੁਰਗਾਂ ਤੇ ਬੀਬੀਆਂ ਨੂੰ ਬਚਾਇਆ ਜਾਵੇ, ਆਪ ਅੱਗੇ ਹੋ ਕੇ ਲੜਿਆ ਜਾਵੇ। ਹੁਣ ਜਿਹੜਾ ਸਿੱਖ ਦਰਿਆ ਵਿੱਚ ਦੀ ਲੰਘਣ ਦੀ ਕੋਸ਼ਿਸ਼ ਕਰੇ ਉਹ ਰੁੜ ਜਾਏ। ਕਈ ਸਿੱਖ ਤੇ ਇਵੇਂ ਜਾਨਾਂ ਗਵਾ ਗਏ, ਕਈਆਂ ਤੇ ਇਵੇਂ ਆਪਣੀਆਂ ਜ਼ਿੰਦਗੀਆਂ ਗਵਾਉਣੀਆਂ ਪਈਆਂ। ਕੁਝ ਪਹਾੜਾਂ ਵੱਲ ਗਏ, ਗੋਲੀਆਂ ਵੱਜੀਆਂ, ਪੱਥਰ ਵੱਜੇ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਵੀ ਵਿਚਾਰੇ ਲੜਦੇ ਘੁਲਦੇ, ਸੰਘਰਸ਼ ਕਰਦੇ ਕੀਰਤਪੁਰ ਸਾਹਿਬ ਪਹੁੰਚ ਗਏ। ਕੁਝ ਬਜ਼ੁਰਗ ਵਿਚਾਰੇ ਉਹ ਜਾਨਾਂ, ਤੁਸੀਂ ਵੇਖੋ, ਮਹੀਨਾ ਗਰਮ ਹੋਵੇ, ਜੰਗਲ ਨੂੰ ਅੱਗ ਲੱਗੀ ਹੋਵੇ, 40,000 ਬੰਦਾ ਤੁਹਾਡੇ ਖੂਨ ਦਾ ਪਿਆਸਾ ਹੋਵੇ, ਤੇ ਤੁਸੀਂ ਜੰਗਲ ਦਰਿਆ ਦੇ ਕੰਢੇ ਮੱਚਦੀ ਹੋਈ ਭਖਦੀ ਹੋਈ ਰੇਤਾ ਤੇ ਤੁਸੀਂ ਖੜੇ ਹੋਵੋ, ਤੇ ਤੁਹਾਡੇ ਕੁਛੜ 2-2 ਸਾਲ ਦੇ ਬੱਚੇ ਹੋਣ। ਅੰਦਾਜ਼ਾ ਲਾਓ ਹਾਲਾਤ ਕਿੱਦਾਂ ਦੇ ਹੋਣਗੇ। ਆਪਣੇ ਸਿਰਾਂ ਦੀਆਂ ਪੱਗਾਂ ਪਾੜ ਕੇ ਉਹਨਾਂ ਨੇ ਆਪਣੇ ਕਦਮਾਂ ਨਾਲ ਬੰਨੀਆਂ ਤਾਂ ਕਿ ਉਹ ਪੈਰਾਂ ਸਿਰ ਖਲੋਤੇ ਰਹਿ ਸਕਣ। ਪੈਰ ਉਹਨਾਂ ਦੇ ਛਾਲਿਆਂ ਨਾਲ ਭਰ ਗਏ। ਢਾਲਾਂ ਪੁੱਠੀਆਂ ਕਰਕੇ ਉਹਨਾਂ ਨੇ ਕੱਚਾ ਪੱਕਾ ਭੋਜਨ ਤਿਆਰ ਕਰਕੇ ਆਪਣੇ ਨਿਆਣਿਆਂ ਦੀ ਮੱਚਦੀ ਹੋਈ ਪੇਟ ਦੀ ਅੱਗ ਨੂੰ ਜਿਹੜਾ ਉਹ ਸ਼ਾਂਤ ਕੀਤਾ। ਕੁਝ ਬਜ਼ੁਰਗ ਵੀ ਸੀ। ਕਿੰਨਾ ਲੰਮਾ ਸਫ਼ਰ ਉਹਨਾਂ ਨੇ ਦਰਿਆ ਦੇ ਕੰਢੇ ਕੰਢੇ ਕੀਤਾ। ਕਿੰਨੀ ਲੰਮੀ ਵਾਟ ਉਹ ਦਰਿਆ ਦੇ ਕੰਢੇ ਕੰਢੇ ਹੀ ਤੁਰਦੇ, ਨਾਲੇ ਲੜ ਰਹੇ ਸੀ, ਨਾਲੇ ਬੱਚੇ ਸਾਂਭ ਰਹੇ ਸੀ, ਨਾਲੇ ਪਿਆਸੇ ਸੀ, ਨਾਲੇ ਭੁੱਖੇ ਸੀ, ਨਾਲੇ ਤਪਦੀ ਰੇਤਾ ਤੇ ਖੜੇ ਹੋਏ ਸੀ। ਕਿਰਪਾਨਾਂ ਉਹਨਾਂ ਦੀਆਂ ਖੁੰਡੀਆਂ ਸੀ, ਹਥਿਆਰ ਉਹਨਾਂ ਦੇ ਲੜ ਲੜ ਕੇ ਉਹਨਾਂ ਕੋਲੇ ਉਹ ਨਹੀਂ ਸਨ ਰਹੇ ਜਿਹੜੇ ਹਥਿਆਰ ਉਹ ਘਰਾਂ ਚੋਂ ਲੈ ਕੇ ਤੁਰੇ ਸਨ। ਤੇ ਜਿਹੜਾ ਉਹਨਾਂ ਦੀ ਪੈੜ ਨੱਪਦਾ ਹੁੰਦਾ ਉਹਦੇ ਕੋਲੇ ਸਭ ਕੁਝ ਸੀ। ਉਹਨਾਂ ਕੋਲੇ ਰਸਦ ਵੀ ਸੀ, ਹਜ਼ਾਰਾਂ ਜ਼ਾਲਮ ਬੰਦੇ ਵੀ ਸੀ, ਉਹਨਾਂ ਕੋਲੇ ਤੋਪਾਂ ਵੀ ਸੀ, ਉਹਨਾਂ ਕੋਲੇ ਸਿਪਾਹੀ ਵੀ ਸੀ, ਹਥਿਆਰ ਵੀ ਸੀ।
बस सिखां कोले ते सिर्फ एक गुरु का भरोसा ही सी, सिर्फ गुरु महाराज का विश्वास सी। 17 मई नूं ये जंग लड़ी गई काहनूवान की छंभ च। इतिहासकारां दे इस घल्लूकारे विच शहीद होए सिखां नूं लैके आपो अपने ख्याल ने। किसी ने आख्या 7000, किसी ने आख्या 10,000, पर तकरीबन बहुते इतिहासकार लिखते हैं भी 11,000 सिख जिहड़ा वो इस घल्लूकारे च शहीद होया। जिहड़े रुड़ गए ते पहाड़ियां च बेचारे चाले पा गए, उन्हां दी गिणती कोई नहीं। 2 तो लैके 3,000 सिख जिउंदा फड़ के लाहौर की धरती ते लिजाया गया। उन्हां दे सिर धड़ नालों वखरे कीते गए। उत्थे अज गुरुद्वारा शहीदगंज बनिया होया है। इस जंग के दौरान सरदार सुखा सिंह की एक लत्त तक चली गई। इस जंग के दौरान जस्सा सिंह आलूवालीए दे गोलियां तक वजियां। इस लड़ाई के दौरान अनेकां मावां दे पुत्त खुस गए, अनेकां धीआं दे सुहाग उजड़ गए, अनेकां बजुर्ग अपने बच्चों को ठंडियां छावां देण वाले शहादत का जाम पी गए। एडी भयानक जंग चों, इन्ने भयानक मंजर दे विचों भी खालसा 9/9 होके उभरिया। मालवे के जंगल वाल जाके टिकाणा करदा है, इकट्ठ करदा है। तकरीबन थोड़े समय के अंदर अंदर फिर सरबत खालसा बनाया जाता अकाल तख्त साहब ते। 3 महीने नहीं गुजरे, उन्होंने बिगल बजाया, नगारे की चोट ते आखिया तुसां साडा खुरा खोज मिटाउण लई सानू घेरिया सी। ओए जालम लोगो, खालसा अज भी श्री दरबार साहब विच इकट्ठा होके तुहानू वंगार रहा ते सदा वंगारदा रहेगा, जिस कारज लई सानू गुरु कलगीधर महाराज ने पैदा किया है, जिस मकसद लई ये खालसा सिरजिया अज भी इकट्ठा है। 1746 च घटना वापरी। कुछ महीने गुजरे, राम रौणी का किला बनाया सरदार जस्सा सिंह रामगढ़ीए ने। जालम लोगों को फिर वंगारिया। सिखां दी वंगार सुन के जालम फिर भड़के। कुछ साल फिर लंघे। 1762 ईस्वी नूं फिर वड्डा घल्लूकारा वापरिया 5 फरवरी नूं, जिस विच 30 तो लैके 35,000 सिख शहीद होए। महीने फिर गुजरे, उन्हां मिसलां बनाईयां। मिसलां दे विचों शुक्र ਚੱਕੀਆ मिसल दे सरदार मान सिंह दे पुत्र शेरे पंजाब महाराजा रणजीत सिंह ने अजे 18वीं सदी पूरी नहीं हुई जदों सिख राज पैदा कर दिता। इन्नियां वड्डियां मुसीबतां चों एक चमक के बाहर आउणा एक खालसे दे हिस्से आया। जिवें जिवें सोना कुठाली च पाया गया, उवें उवें उहदे ते रंग होर चढ़दा गया। घल्लूकारे आए, उन्हां दे आत्मिक जीवन नूं रंचक मात्र भी कोई उन्हां ते प्रभाव नहीं पिया। उन्हां दे हौसलिਆਂ च कमी नहीं आई, उन्हां दे जज्बिਆਂ च कमी नहीं आई। इन्ने वड्डे घल्लूकारिਆਂ चों लंघ के, इन्नियां शहादतां विचों दी लंघ के वो सदा जालम लोकां नूं खिड़े मत्थे ही मिलदे रहे आ। इत्थों तक कि उन्हां ने गुड़ शब्द कहण ते पाबंदी लाती भी गुड़ शब्द नाल सिखां नूं गुरु याद आउंदा है। इत्थों तक कि उन्होंने गुरु ग्रंथ साहब के सरूपों को अगन भेंट किया। इत्थों तक कि उन्होंने सिक्खी के केंद्र जिथों सिख नूं जीवन मिलता है, जिथे मरी हुई आत्मा जिउंदी हुंदी है, उन्होंने अनेका गुरुद्वारे भी ढह ढेरी करते। उन्होंने पिंडां विचों भी फड़ फड़ के सिख जिहड़े वो शहीद किए, पर तां भी सिखां दे उस मकसद ते उस मनोरथ विच रंचक मात्र ना फर्क पिया जिहड़ा मकसद उन्होंने गुरु नानक साहब ने दिता सी। ਜਿਹੜੇ मकसद ਲਈ खालसा सिरजिया गया सी। इन्हां महान शहीदां नूं ਜਿਹੜੇ ਕਾਹਨੂੰਵਾਨ ਦੀ ਛੰਭ 'ਚ शहीद होए आ, इस अत दर्जे की गर्मी के अंदर वो महान शहीद ਜਿਹੜੇ कोपर हीड़े के मैदान 'ਚ शहीद होए आ, वो महान शहीद ਜਿਹੜੇ जून 1716 ईस्वी नूं दिल्ली की धरती ते कौम ਲਈ अपना आप कुर्बान करते हैं। नौजवानों, साडे मनां 'ਚ ਇਹੋ ਜਿਹੇ शहीदां ਦੀਆਂ तस्वीरां कदे फिक्कियां नहीं पैणियां चाहीदियां। ਇਹੋ ਜਿਹੇ ਸਾਕੇ सानू विसरने नहीं चाहिए। ਗਿਆਨੀ सोहण सिंह सीतल अक्सर ये गल क्या करते सन भी कौमां नूं घल्लूकारे खत्म नहीं करते, कौमां नूं शहादतां खत्म नहीं करदियां, कौमां नूं संकट खत्म नहीं करते। अपने इतिहास नूं भुला जाण वालियां ही कौमां असल विच दुनिया के नक्शे तो खत्म हो जांदियां। पारस जी ने लिखिया, तागा तागा हो जाती कबीलदारी, जेकर गंढ तफाक दी खुल जाए। पारस मिट जाती वो गलत हरफ वांग,
ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਤੇ ਜਿਉਂਦੇ ਜੀ ਲਾਸ਼ ਹੋ ਜਾਂਦੀਆਂ। ਸਾਨੂੰ ਹਰੇਕ ਗੁਰਦੁਆਰੇ 'ਚ, ਹਰੇਕ ਪਿੰਡ 'ਚ ਇਹ ਦਿਨ ਮਨਾਉਣਾ ਚਾਹੀਦਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ, ਤਾਂ ਕਿ ਉਹਨਾਂ ਸ਼ਹੀਦਾਂ ਤੇ ਉਸ ਇਤਿਹਾਸ ਤੋਂ ਸਾਨੂੰ ਅਜੋਕੇ ਸਮੇਂ ਵੀ ਇੱਕ ਚੰਗੀ ਅਗਵਾਈ ਮਿਲ ਸਕੇ। ਉਹ ਸਿਰੜ ਸਿਦਕ ਆਪਣੀ ਕੌਮ ਨੂੰ ਅੱਗੇ ਤੋਰਨ ਲਈ ਸਾਡੇ ਲਈ ਸਹਾਈ ਹੋਵੇ। ਅਸੀਂ ਹਰ ਵਿਖੜੇ ਸਮੇਂ 'ਚ, ਹਰ ਮੁਸ਼ਕਲ ਦੇ ਵਿੱਚ ਉਹਨਾਂ ਸ਼ਹੀਦਾਂ ਤੇ ਉਸ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਂਦਿਆਂ ਹੋਇਆਂ ਆਪਣੇ ਵਜੂਦ ਨੂੰ ਅੱਜ ਵੀ ਕਾਇਮ ਰੱਖ ਸਕੀਏ। ਸਾਡੇ ਪੁੱਤ ਨਸ਼ਿਆਂ ਤੇ ਨਾ ਲੱਗਣ, ਸਾਡਾ ਹੱਸਦਾ ਵਸਦਾ ਪੰਜਾਬ ਉਹ ਖਾਲੀ ਨਾ ਹੋਵੇ, ਸਾਨੂੰ ਮਾੜੇ ਤੇ ਨੀਵੇਂ ਕਿਰਦਾਰ ਦੇ ਰਾਜਨੀਤਿਕ ਲੋਕ ਚਤਰਾਈਆਂ ਨਾਲ ਲੁੱਟ ਨਾ ਸਕਣ। ਸਾਡੇ ਗੁਰੂ ਘਰਾਂ ਦੇ ਵਿੱਚ ਉਹ ਸੰਗਤ ਦੀਆਂ ਰੌਣਕਾਂ ਨਾ ਘਟਣ। ਸਰਬੱਤ ਦੇ ਭਲੇ ਦਾ ਸੰਦੇਸ਼ ਸਾਡੀ ਸੁਰਤੀ ਚੋਂ ਗਵਾਚ ਨਾ ਜਾਏ। ਅਸੀਂ ਆਪਣੀਆਂ ਨਿੱਜੀ ਗਰਜਾਂ ਤੇ ਲਾਲਚ ਵਿੱਚ ਡੁੱਬ ਕੇ ਇਹ ਕਹਿ ਕੇ ਨਾ ਪਾਸਾ ਵੱਢ ਦਈਏ ਵੀ ਇਹ ਸਾਡੇ ਘਰ ਦਾ ਮਸਲਾ ਨਹੀਂ, ਸਾਡੇ ਪਰਿਵਾਰ ਦਾ ਮਸਲਾ ਨਹੀਂ। ਇਤਿਹਾਸ ਸਾਨੂੰ ਇਹੋ ਜਿਹੀ ਸੋਚ ਬਣਾਉਣ ਦੇ ਅੰਦਰ ਕਦੇ ਵੀ ਸਾਨੂੰ ਇਹ ਮਨੋਰਥ ਨਹੀਂ ਮਿਲਿਆ, ਇਹ ਸੋਚ ਨਹੀਂ ਮਿਲੀ, ਇਹ ਸਮਝ ਨਹੀਂ ਮਿਲੀ ਜਿਹੋ ਜਿਹੀ ਅਸੀਂ ਬਣਾਈ ਹੋਈ ਹੈ। ਉਹਨਾਂ ਜੋ ਕੀਤਾ ਨਾ ਆਪਣੇ ਘਰਾਂ ਲਈ ਕੀਤਾ, ਨਾ ਪਰਿਵਾਰਾਂ ਲਈ ਤੇ ਨਾ ਆਪਣੇ ਨਿੱਜ ਲਈ, ਨਾ ਬੱਚਿਆਂ ਲਈ। ਉਹਨਾਂ ਜੋ ਕੀਤਾ ਮਨੁੱਖਤਾ ਲਈ ਕੀਤਾ, ਸੰਸਾਰ ਲਈ ਕੀਤਾ। ਉਹਨਾਂ ਬੱਚੇ ਨਾ ਸਾਂਭੇ, ਘਰ ਨਾ ਸਾਂਭੇ, ਪਰਿਵਾਰ ਨਾ ਸਾਂਭੇ, ਉਹਨਾਂ ਜਾਨਾਂ ਤੱਕ ਆਪਣੀਆਂ ਦਾਅ ਤੇ ਲਾ ਦਿੱਤੀਆਂ ਇਹਦੇ ਲਈ ਵੀ ਇਹ ਜਿਹੜੀ ਨਿਆਰੀ ਕੌਮ ਹੈ, ਪੰਥ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ। ਇਹ ਕੌਮ ਜਿਉਂਦੀ ਰਹੇ। ਇਸ ਕੌਮ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਚਾਰੇ ਪਾਸੇ ਹਨੇਰਾ ਹੋਵੇ, ਦੀਵਿਆਂ ਦੀ ਬਹੁਤ ਲੋੜ ਹੁੰਦੀ ਹੈ। ਚਾਰੇ ਪਾਸੇ ਬੇਚੈਨੀ ਹੋਏ, ਇਕਾਗਰਤਾ ਦੀ ਬਹੁਤ ਲੋੜ ਭਾਸਦੀ ਹੈ। ਚਾਰੇ ਪਾਸੇ ਭੁੱਖਮਰੀ ਹੋਵੇ, ਚਾਰੇ ਪਾਸੇ ਕਾਲ ਪਿਆ ਹੋਵੇ, ਤੇ ਲਾਹੌਰ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਵਰਗੀਆਂ ਰੂਹਾਂ ਦਾ ਜਾਣਾ ਸੁਭਾਵਿਕ ਗੱਲ ਹੈ। ਸਾਡਾ ਕਿਰਦਾਰ ਹੀ ਇਹ ਰਿਹਾ ਹੈ, ਸਾਡਾ ਇਤਿਹਾਸ ਹੀ ਇਹ ਰਿਹਾ ਹੈ। ਅਸੀਂ ਵਿਖੜੇ ਸਮਿਆਂ 'ਚ ਹੀ ਮਨੁੱਖਤਾ ਲਈ ਅੱਗੇ ਹੋ ਕੇ ਤੁਰੇ ਹਾਂ। ਅਸੀਂ ਹਮੇਸ਼ਾ ਭੁੱਖੇ ਪਿਆਸਿਆਂ ਨੂੰ ਗਲ ਲਾਇਆ। ਇਹੀ ਸੰਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ। ਇਹੀ ਅਕਾਲ ਪੁਰਖ ਦੀ ਫੌਜ ਹੈ, ਇਹੀ ਨਿਆਰੀ ਫੌਜ ਹੈ, ਇਹੀ ਨਿਰਾਲੀ ਫੌਜ ਹੈ। ਹੋਵੇ ਭਾਵੇਂ ਘੱਟ ਪਰ ਹੋਵੇ ਕਲਗੀਧਰ ਦੀ ਫੌਜ। ਹੋਣ ਭਾਵੇਂ ਥੋੜੇ ਪਰ ਹੀਰਿਆਂ ਵਰਗੇ ਹੋਣ, ਕੰਚਨ ਵਰਗੇ ਹੋਣ। ਕਿਸੇ ਨੇ ਇੱਕ ਗੁਰਸਿੱਖ ਰੂਹ ਨੂੰ ਸਵਾਲ ਕੀਤਾ ਵੀ ਇੰਨਾ ਨਿਆਰਾ ਸੀ ਵਿਰਸਾ, ਇੰਨੀ ਨਿਆਰੀ ਸੀ ਕੌਮ, ਬਹੁਮੁੱਲਾ ਸੀ ਖਜ਼ਾਨਾ, ਤੁਹਾਡੀ ਗਿਣਤੀ ਕਾਹਤੋਂ ਥੋੜੀ ਹੈ। ਉਹਨਾਂ ਜਵਾਬ ਦਿੱਤਾ ਸੀ ਸੋਨਾ ਥੋੜਾ ਹੀ ਹੁੰਦਾ ਹੈ, ਹੀਰੇ ਥੋੜੇ ਹੀ ਹੁੰਦੇ ਆ। ਬੇਸ਼ਕੀਮਤੀ ਚੀਜ਼ਾਂ ਨਾਲ ਬਾਜ਼ਾਰ ਨਹੀਂ ਲੱਦੇ ਹੁੰਦੇ, ਬੇਸ਼ਕੀਮਤੀ ਚੀਜ਼ਾਂ ਨਾਲ ਦੁਕਾਨਾਂ ਨਹੀਂ ਲੱਦੀਆਂ ਹੁੰਦੀਆਂ। ਉਹ ਖਾਸ ਹੁੰਦੇ ਨੇ, ਖਾਸ ਕਿਰਦਾਰ ਹੁੰਦਾ ਉਹਨਾਂ ਦਾ, ਖਾਸ ਥਾਂ ਹੁੰਦੀ ਹੈ, ਖਾਸ ਧਰਤੀ ਹੁੰਦੀ ਹੈ ਜਿੱਥੇ ਉਹਨਾਂ ਰੂਹਾਂ ਦਾ ਜਨਮ ਹੁੰਦਾ ਹੈ। ਅਸੀਂ ਉਹ ਖਾਸ ਮਹਾਨ ਯੋਧਿਆਂ ਦੇ ਘਰਾਂ 'ਚ ਜਨਮ ਲਿਆ ਜਿਨ੍ਹਾਂ ਨੇ ਸੰਸਾਰ ਦੇ ਨਕਸ਼ੇ ਤੇ ਦੱਸਿਆ ਵੀ ਖਾਲਸਾ ਕੀ ਹੁੰਦਾ, ਸਿੱਖ ਕੀ ਹੁੰਦਾ। ਅਸੀਂ ਉਹਨਾਂ ਸ਼ਹੀਦਾਂ ਦੀਆਂ ਮਹਾਨ ਸ਼ਹੀਦੀਆਂ ਨੂੰ, ਉਹਨਾਂ ਮਹਾਨ ਯੋਧਿਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਦਰਕਿਨਾਰ ਕਰਕੇ ਆਪਣੀ ਆਤਮਾ ਤੇ ਬੋਝ ਰੱਖ ਕੇ ਸੰਸਾਰ ਤੋਂ ਨਾ ਜਾਈਏ। ਉਹਨਾਂ ਨੂੰ ਵਸਾਰ ਦੇਣਾ ਹੀ ਭੜਕ ਜਾਣਾ ਹੈ। ਉਹਨਾਂ ਘੱਲੂਕਾਰਿਆਂ ਵਿੱਚ ਸ਼ਹੀਦ ਹੋਈਆਂ ਮਾਵਾਂ ਤੋਂ ਅੱਖਾਂ ਫੇਰ ਲੈਣਾ ਹੀ ਸਾਡੀ ਮੌਤ ਹੈ। ਉਹਨਾਂ ਮਹਾਨ ਯੋਧਿਆਂ ਨੂੰ ਪਿੱਠ ਕਰ ਦੇਣਾ ਹੀ ਸਮਝ ਲਓ ਅਸੀਂ ਆਪਣੇ ਪੈਰ ਕੁਹਾੜਾ ਮਾਰ ਲਿਆ। ਨਹੀਂ ਤੇ ਦੁਨੀਆ ਦੀ ਕੋਈ ਵੀ ਤਾਕਤ ਸਿੱਖ ਦਾ ਰੰਚਕ ਮਾਤਰ ਕੁਛ ਵਿਗਾੜ ਨਹੀਂ ਸਕਦੀ। ਇਹ ਗੁਰੂ ਦੇ ਆਸਰੇ ਕਹਿ ਰਿਹਾ ਜੀ, ਮੇਰੀ ਆਪਣੀ ਪਾਇਆ ਕੋਈ ਨਹੀਂ। ਜਿੱਦੇ ਖਤਮ ਹੋਵਾਂਗੇ, ਮਰਾਂਗੇ, ਵੰਡੇ ਜਾਵਾਂਗੇ, ਖਿੰਡ ਜਾਵਾਂਗੇ, ਟੁੱਟ ਜਾਵਾਂਗੇ, ਉਹਦੇ ਸਾਡੇ ਪੈਰ ਵਿੱਚ ਵੱਜਦੇ ਹੋਏ ਕੁਹਾੜੇ ਵਿੱਚ ਪਿਆ ਹੋਇਆ ਦਸਤਾ ਸਾਡਾ ਆਪਣਾ ਹੀ ਹੋਏਗਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਨਹੀਂ ਤਾਂ ਕਿੰਨੇ ਯਕਰੀਏ, ਕਿੰਨੇ ਯਈਆ ਖਾਂ ਤੇ ਕਿੰਨੇ ਲਖਪਤ ਤੇ ਕਿੰਨੇ ਜਸਪਤ ਰਾਏ, ਕਿੰਨੇ ਔਰੰਗੇ ਤੇ ਕਿੰਨੇ ਫਰੋਖਸ਼ੀਰ ਇਸ ਸੰਸਾਰ ਤੇ ਆ ਕੇ ਚਲੇ ਗਏ। ਪਰ ਇਸ ਬੀਜ ਨੂੰ, ਇਸ ਫੁਲਵਾੜੀ ਨੂੰ, ਇਸ ਬਾਗ ਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕੀ, ਦੁਨੀਆ ਦੇ ਨਕਸ਼ੇ ਤੋਂ ਮਿਟਾ ਨਹੀਂ ਸਕੀ। ਸੋ ਉਹ ਜਿਹੜੀ ਗਲਤੀ ਉਹ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਹ ਆਪਾਂ ਨਹੀਂ ਕਰਨੀ। ਜਿਹੜਾ ਜ਼ੋਰ ਉਹਨਾਂ ਦਾ ਲੱਗਾ ਸੀ ਸਾਨੂੰ ਮਿਟਾਉਣ ਲਈ, ਉਹ ਅਸੀਂ ਆਪਣੀ ਬੋਲੀ ਤੇ ਆਪਣਾ ਵਿਰਸਾ ਆਪਣੇ ਹੱਥੀਂ ਖਤਮ ਕਰਨ ਦੀ ਕੋਸ਼ਿਸ਼ ਨਾ ਕਰੀਏ। ਇਹ ਨਾ ਹੋਵੇ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਜਿਹੜਾ ਉਹ
ਸਮਝਣਾ ਔਖਾ ਹੋ ਜਾਏ ਵੀ ਦੁਸ਼ਮਣ ਉਹ ਸਨ ਜਾਂ ਜਿਹੜੇ ਸਾਡੇ ਘਰਾਂ 'ਚ ਪੈਦਾ ਹੋਏ ਵੱਡੇ ਦੁਸ਼ਮਣ ਇਹ ਨਿਕਲੇ। ਫਿਰ ਫਰਕ ਵੀ ਕੀ ਰਹਿ ਗਿਆ? ਜਿਹੜੀ ਗੱਲ ਜ਼ਕਰੀਆ ਲਖਪਤ ਰਾਏ ਕਰਨਾ ਚਾਹੁੰਦਾ, ਜੇ ਮੇਰੀ ਮਾਂ ਹੀ ਉਹ ਰਾਹ ਤੁਰ ਪਏ ਤੇ ਆਪਾਂ ਜੇ ਮਾਂ ਪੁੱਤੇ ਵਿਸਦੇ ਤਿਸ ਕੌਣ ਰੱਖਣਾ ਰਾਹ, ਫਿਰ ਬਗਾਨੇ ਨੂੰ ਬੰਦਾ ਜਾ ਕੇ ਕੀ ਕਹੂਗੇ? ਜਿਹੜੀ ਸਿੱਖੀ ਲਈ ਉਹਨਾਂ ਆਪਣੇ ਬੱਚੇ ਕੁਰਬਾਨ ਕਰ ਦਿੱਤੇ, ਉਹੀ ਸਿੱਖੀ ਆਪਾਂ ਆਪਣੇ ਘਰਾਂ 'ਚੋਂ ਧੱਕਾ ਲਾ ਕੇ ਬਾਹਰ ਕੱਢ ਦਈਏ, ਫਿਰ ਸਾਡੇ ਤੇ ਫਰਕਸ਼ੀਰ ਵਿੱਚ ਫਰਕ ਦੱਸੋ ਕੀ ਰਹਿ ਗਿਆ? ਜਿਹੜੇ ਕੇਸਾਂ ਲਈ, ਜਿਸ ਮਾਣ ਮਰਿਆਦਾ ਲਈ ਉਹਨਾਂ ਨੇ ਆਪਣਾ ਜੀਵਨ ਸਾਡੇ ਲਈ ਦਾਅ ਤੇ ਲਾ ਦਿੱਤਾ, ਅਸੀਂ ਉਹਨਾਂ ਨਸ਼ਿਆਂ ਦੇ ਵਹਿਣ ਵਿੱਚ ਆਪਣੀ ਜ਼ਿੰਦਗੀ ਰੋੜ ਲਈਏ, ਫਿਰ ਅਸੀਂ ਔਰੰਗੇ ਨੂੰ ਮਾੜਾ ਕਿਉਂ ਕਹੀਏ ਜੀ? ਫਿਰ ਫਰੋਕਸ਼ੀਅਰ ਨੂੰ ਅਸੀਂ ਕਿਵੇਂ ਦੋਸ਼ੀ ਕਹਾਂਗੇ? ਫਿਰ ਲਖਪਤ ਰਾਏ ਨੂੰ ਕਿਹੜੇ ਮੂੰਹ ਨਾਲ ਆਖਾਂਗੇ ਵੀ ਉਹ ਗੁਨਾਹਗਾਰ ਸੀ? ਕਿਉਂਕਿ ਬਹੁਤ ਵੱਡੇ ਗੁਨਾਹ ਤਾਂ ਅਸੀਂ ਵੀ ਆਪਣੀ ਜ਼ਿੰਦਗੀ 'ਚ ਕਰ ਰਹੇ ਹਾਂ। ਇਹ ਜਵਾਨੀ ਨਾ ਤਾਂ ਨਸ਼ਾ ਕਰਨ ਲਈ ਹੈ, ਨਾ ਬਦਫੈਲੀਆਂ ਕਰਨ ਲਈ ਹੈ, ਨਾ ਬੁਰਾਈ ਦੇ ਰਾਹ ਤੁਰ ਲਈ ਹੈ, ਤੇ ਨਾ ਔਗਣ ਹਟਾਉਣ ਲਈ ਹੈ। ਸਿੱਖ ਇਸ ਜੀਵਨ ਦੀ ਬਾਜੀ ਨੂੰ ਗੁਰੂ ਆਸਰੇ ਸੰਸਾਰ ਤੋਂ ਜਿੱਤ ਕੇ ਜਾਣ ਦੀ ਲੋਚਾ ਰੱਖਦਾ ਹੈ। ਇਹੀ ਉਹਦਾ ਮਕਸਦ ਹੈ, ਇਹੀ ਉਹਦਾ ਮਨੋਰਥ ਹੈ। ਇੱਕ ਉੱਚੇ ਮਕਸਦ ਲਈ ਸੰਸਾਰ ਤੇ ਸਾਨੂੰ ਵਾਹਿਗੁਰੂ ਨੇ ਭੇਜਿਆ। ਉਸ ਉੱਚੇ ਸੁੱਚੇ ਮਕਸਦ ਨੂੰ ਅਸੀਂ ਆਪਣੀ ਸੁਰਤੀ ਵਿੱਚੋਂ ਗੁਰਬਾਣੀ ਰਾਹੀਂ ਕਦੇ ਵਿਸਰਨ ਦੀ ਕੋਸ਼ਿਸ਼ ਨਹੀਂ ਕਰਨੀ। ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਸਾਡਾ ਮਨੋਰਥ ਸਾਨੂੰ ਯਾਦ ਰਹੇ, ਸਾਨੂੰ ਮੰਜ਼ਿਲ ਸਾਡੀ ਯਾਦ ਰਹੇ। ਜਿਵੇਂ ਵਿਦਿਆਰਥੀ ਨੂੰ ਪਤਾ ਹੁੰਦਾ ਨਾ ਮੈਂ ਇਹ ਬਣਨਾ, ਜਿਵੇਂ ਇੱਕ ਕਾਮੇ ਨੂੰ ਪਤਾ ਹੁੰਦਾ ਵੀ ਮੈਂ ਮਹੀਨੇ ਬਾਅਦ ਕੀ ਕਮਾ ਕੇ ਘਰ ਲੈ ਕੇ ਜਾਣਾ, ਜਿਵੇਂ ਇੱਕ ਵਪਾਰੀ ਨੂੰ ਪਤਾ ਹੁੰਦਾ ਵੀ ਕੁਝ ਮਹੀਨਿਆਂ ਬਾਅਦ ਜਦੋਂ ਹਿਸਾਬ ਕਿਤਾਬ ਹੋਏਗਾ ਮੇਰੇ ਪੱਲੇ ਕੀ ਆਏਗਾ। ਅਸੀਂ ਦੁਨੀਆ ਦੇ ਸਭ ਤੋਂ ਵੱਡੇ ਵਣਜਾਰੇ ਇਸ ਸੰਸਾਰ ਤੇ ਵਣਜ ਕਰਨ ਆਏ ਹਾਂ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸੰਭਾਲ। ਅਸੀਂ ਵੀ ਸੋਚਣਾ ਵੀ ਇੰਨੇ ਸਾਲ ਬੀਤ ਗਏ, ਕੀ ਖੱਟਿਆ ਤੇ ਕੀ ਗਵਾਇਆ। ਹਰ ਬੰਦੇ ਨੂੰ ਆਪਣੇ ਸਵਾਸਾਂ ਦਾ ਲੇਖਾ ਜੋਖਾ ਕਰਨਾ ਚਾਹੀਦਾ। ਕਿਹੜੇ ਸਾਲ, ਕਿਹੜੀਆਂ ਰੁੱਤਾਂ, ਕਿਹੜੇ ਮਹੀਨੇ ਮੇਰੇ ਕਿਵੇਂ ਲੰਘੇ, ਕਿਹੜਾ ਪਲ ਮੇਰਾ ਕਿਵੇਂ ਗੁਜ਼ਰਿਆ, ਮੈਂ ਆਪਣੇ ਗੁਰੂ ਤੋਂ ਪੁੱਛਾਂ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ, ਜੋ ਦਿਨ ਆਵੇਂ ਸੋ ਦਿਨ ਜਾਹੀ ਕਰਨਾ ਕੂਚ, ਰਹਿਣ ਤਿਰ ਨਾਹੀ। ਗੁਰਬਾਣੀ ਰਾਹੀਂ ਆਪਣੇ ਆਪ ਦੀ ਪੜਚੋਲ ਕਰਦੇ ਰਹੀਏ, ਨਿਖਾਰਦੇ ਰਹੀਏ, ਸਵਾਰਦੇ ਰਹੀਏ, ਤੇ ਆਪਣਾ ਮਕਸਦ ਨਾ ਭੁੱਲੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਸਜਦਾ ਜਿਨ੍ਹਾਂ ਛੋਟੇ ਘੱਲੂ ਘਾਰੇ 'ਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਤਿਹਾਸ ਪੜ੍ਹਿਓ, ਸੁਣਿਓ। ਜੇ ਤੁਹਾਡੇ ਕੋਲੇ ਪਹੁੰਚਦਾ ਤੇ ਜਿਵੇਂ ਬਾਕੀ ਚੀਜ਼ਾਂ ਸ਼ੇਅਰ ਕਰਦੇ ਆ, ਇਵੇਂ ਦੂਰ ਦਰਾਂਡੇ ਇਹ ਚੀਜ਼ਾਂ ਆਪਣੇ ਪਰਿਵਾਰਾਂ ਤੇ ਘਰਾਂ ਤੱਕ ਲਿਜਾਣ ਦੀ ਕੋਸ਼ਿਸ਼ ਕਰਿਓ। ਉਹਦੇ ਭਾਣੇ ਵਿੱਚ ਹੀ ਸੁੱਖ ਹੈ ਜੇ ਚੱਲਣ ਦੀ ਕੋਸ਼ਿਸ਼ ਕਰੀਏ। ਇਹ ਇਤਿਹਾਸ ਵੀ ਕਹਿੰਦਾ ਹੈ ਤੇ ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਵੀ ਕਹਿੰਦੀ ਹੈ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ। ਸਹਿਜੇ ਪਾਵੈ ਕੋਏ, ਸਹਿਜੇ ਪਾਵੈ ਕੋਏ। ਜਿਨਾ ਪ੍ਰਾਪਤ ਤਿਨ ਪੀਆ, ਜਿਨਾ ਪ੍ਰਾਪਤ ਤਿਨ ਪੀਆ। ਜਿਨ੍ਹਾਂ ਨੇ ਪੀ ਲਿਆ, ਸਭ ਤੋਂ ਵੱਡੀ ਬਖਸ਼ਿਸ਼ ਕੀ ਹੋਈ ਉਹਨਾਂ ਤੇ? ਹਉਮੈ ਵਿੱਚੋਂ ਖੋਏ, ਹਉਮੈ ਵਿੱਚੋਂ ਖੋਏ। ਨਾਨਕ ਗੁਰਮੁਖ ਨਾਮ ਤੇ ਆਈਐ, ਨਾਨਕ ਗੁਰਮੁਖ ਨਾਮ ਤੇ ਆਈਐ। ਗੁਰੂ ਵੱਲ ਮੁਖ ਕਰਕੇ ਨਾਮ ਨੂੰ ਧਿਆਉਣਾ ਕਰ। ਸੱਚ ਮਿਲਾਵਾ, ਫਿਰ ਤੇਰਾ ਸੱਚ 'ਚ ਮਿਲਾਪ ਹੋ ਜਾਏਗਾ। ਫਿਰ ਤੂੰ ਸੱਚ ਦਾ ਸਰੂਪ ਬਣ ਜਾਏਗਾ, ਸੱਚ ਦਾ ਹਿੱਸਾ ਬਣ ਜਾਏਗਾ। ਫਿਰ ਸੱਚ ਤੇਰੇ ਰੋਮ ਰੋਮ ਵਿੱਚ ਸਮਾ ਜਾਏਗਾ। ਮਾਲਕ ਮਿਹਰ ਕਰਨ, ਪੜ੍ਹੀ ਸੁਣੀ ਵਿਚਾਰੀ ਬਾਣੀ ਸਾਡੇ ਜੀਵਨ ਦਾ ਹਿੱਸਾ ਬਣ ਜੇ।